ਦਾ ਜਨਮ ਹੁੰਦਾ ਉਹਨੂੰ ਕਹਿੰਦੇ ਨੇ ਸੁਭਾਅ, ਉਹ ਫਲ ਹੈ। ਬੀਜ ਨੂੰ ਬੋਣ ਤੋਂ ਰੋਕ ਸਕਦੇ ਸੀ, ਬੂਟੇ ਨੂੰ ਵੀ ਪੁੱਟਿਆ ਜਾ ਸਕਦਾ ਹੈ, ਪਰ ਹੁਣ ਫਲ ਬਣ ਗਏ। ਫਲ ਦਾ ਰੂਪ ਬਦਲਣਾ ਔਖਾ, ਫਲ ਬਣ ਗਏ। ਚਲੋ ਜ਼ਮੀਨ ਤੇ ਬੂਟਾ ਲਾਇਆ, ਫਲੀ ਬਹੁਤ ਹੋਇਆ, ਫਲ ਕੋਈ ਖਾਵੇਗਾ। ਪਰ ਜੀਵਨ ਦੀ ਧਰਤੀ ਦੇ ਜੋ ਕਰਮ ਦਾ ਬੀਜ ਬੋਇਆ ਔਰ ਫਲੀ ਭੂਤ ਹੋਇਆ, ਆਪ ਬੀਜ ਆਪੇ ਹੀ ਖਾਇਆ, ਆਪ ਹੀ ਖਾਣਾ ਪੈਂਦਾ, ਕੋਈ ਦੂਜਾ ਨਹੀਂ ਖਾਂਦਾ। ਮੇਰਾ ਬੋਇਆ ਮੈਂ ਖਾਂਦਾ, ਮੇਰੀ ਔਲਾਦ ਨਹੀਂ ਖਾਂਦੀ। ਪਤੀ ਦਾ ਬੋਇਆ ਪਤੀ ਖਾਂਦਾ ਹੈ, ਪਤਨੀ ਦਾ ਬੋਇਆ ਪਤਨੀ ਖਾਂਦੀ ਹੈ। ਆਪ ਬੀਜ ਆਪੇ ਹੀ ਖਾਏ। ਜ਼ਮੀਨ ਤੇ ਬੂਟਾ ਕਿਸੇ ਨੇ ਲਾਇਆ, ਫਲ ਕੋਈ ਖਾਂਦਾ ਪਿਆ। ਜੀਵਨ ਦੇ ਤੇ ਜਿਸਨੇ ਬੀਜਿਆ, ਆਪ ਬੀਜ ਆਪੇ ਹੀ ਖਾਏ। ਨਿਯਮ ਪ੍ਰਭੂ ਨੇ ਐਸਾ ਬਣਾਇਆ ਹੈ। ਕਰਮ ਬੀਜ ਦੀ ਤਰ੍ਹਾਂ ਹੈ, ਸੰਸਕਾਰ ਬੂਟੇ ਦੀ ਤਰ੍ਹਾਂ ਹੈ, ਸੁਭਾਅ ਫਲ ਦੀ ਤਰ੍ਹਾਂ। ਬੀਜ ਨੂੰ ਬੋਣ ਤੋਂ ਰੋਕਿਆ ਜਾ ਸਕਦਾ ਹੈ, ਕਰਮ ਕਰਨ ਤੋਂ ਆਪਣੇ ਆਪ ਨੂੰ ਰੋਕਿਆ ਜਾ ਸਕਦਾ ਹੈ, ਕੋਈ ਵੀ। ਚਲੋ ਬੋ ਦਿੱਤਾ ਹੈ, ਬੂਟਾ ਬਣ ਗਿਆ, ਪੁੱਟਿਆ ਜਾ ਸਕਦਾ ਹੈ, ਕਟਿਆ ਜਾ ਸਕਦਾ, ਫਲ ਬਣ ਗਿਆ। ਹੁਣ ਇਹਦਾ ਕੋਈ ਰੂਪ ਰੰਗ ਮਿਟਾਉਣਾ ਔਖਾ ਹੈ ਤੇ ਖਾਣਾ ਪਏਗਾ। ਫਲ ਹੋ ਗਿਆ। ਫਲ ਨੂੰ ਸੁਭਾਅ ਕਹਿੰਦੇ ਨੇ। ਮੈਂ ਅਰਜ਼ ਕਰਾਂ, ਮਨੁੱਖ ਜਦ ਪਹਿਲੇ ਇੱਕ ਕਰਮ ਕਰਦਾ ਹੈ, ਸ਼ੁਭ ਚਾਹੇ ਅਸ਼ੁਭ, ਮਨੁੱਖ ਦੇ ਕਰਮ ਬਦਲੇ ਜਾ ਸਕਦੇ ਨੇ। ਅਗਰ ਸ਼ੁਭ ਕਰਮ ਕਰਦਾ ਪਿਆ, 2-4 ਦਿਨ ਦੀ ਕਿਸੇ ਦੀ ਕੁਸੰਗਤ ਹੋਈ, ਇਹ ਸ਼ੁਭ ਤੋਂ ਅਸ਼ੁਭ ਕਰਨ ਲੱਗ ਪਏਗਾ, ਕਰਮ ਬਦਲੇ ਜਾ ਸਕਦੇ। ਜਿਸ ਧਰਤੀ ਦੇ ਵਿੱਚ ਮੈਂ ਬੀਜ ਬੋਣਾ ਚਾਹੁੰਦਾ, ਮੈਂ ਉਹ ਨਹੀਂ ਬੋਂਦਾ, ਮੈਂ ਹੋਰ ਬੋਣਾ ਚਾਹੁੰਦਾ। ਕਰਮ ਬਦਲੇ ਜਾ ਸਕਦੇ ਨੇ, ਸੰਸਕਾਰ ਵੀ ਬਦਲੇ ਜਾ ਸਕਦੇ ਨੇ। ਕੀਤਾ ਹੋਇਆ ਕਰਮ ਸੰਸਕਾਰ ਬਣਦਾ ਹੈ। ਜੋ ਮੈਂ ਮਨ ਕਰਕੇ ਬੋਲਿਆ, ਅੰਦਰ ਲਿਖਿਆ ਗਿਆ। ਜੋ ਮੈਂ ਮਨ ਕਰਕੇ ਕੀਤਾ ਹੈ, ਅੰਦਰ ਲਿਖਿਆ ਗਿਆ। ਉਹ ਲਿਖਿਆ ਗਿਆ ਸੰਸਕਾਰ ਹੈ। ਜੋ ਕੀਤਾ ਹੈ ਇਹ ਕਰਮ ਹੈ, ਜੋ ਅੰਦਰ ਲਿਖਿਆ ਗਿਆ ਉਹ ਸੰਸਕਾਰ ਹੈ। ਅਬਦੀ ਗਿਆਤ ਲਈ ਅਰਜ਼ ਕਰਾਂ, ਸੰਸਕਾਰ ਕਿਸ ਦਾ ਬਣਦਾ ਹੈ? ਅੰਦਰ ਕਿਹੜਾ ਕਰਮ ਲਿਖਿਆ ਜਾਂਦਾ ਹੈ? ਜਿਸ ਕਰਮ ਨੂੰ ਮਨ ਨਾਲ ਕਰੀਏ ਤਾਂ ਐਸਾ ਹੁੰਦਾ ਹੈ, ਤਨ ਕੋਈ ਕਿਰਤ ਕਰ ਰਿਹਾ, ਉਸ ਵਿੱਚ ਮਨ ਨਹੀਂ ਹੈ, ਸੰਸਕਾਰ ਨਹੀਂ ਬਣੇਗਾ। ਪਰ ਮਨ ਵਿਚਾਰ ਕਰ ਰਿਹਾ ਹੈ, ਸੋਚ ਰਿਹਾ ਹੈ, ਮਾਨਸਿਕ ਕਰਮ ਚੱਲ ਰਿਹਾ ਹੈ, ਭਾਵੇਂ ਤਨ ਕਿਰਤ ਨਹੀਂ ਵੀ ਕਰ ਰਿਹਾ, ਤਾਂ ਵੀ ਸੰਸਕਾਰ ਬਣੇਗਾ। ਥੋੜਾ ਜਿਹਾ ਧਿਆਨਪੂਰਵਕ ਸੁਣਨਾ। ਸੰਸਕਾਰ ਮਾਨਸਿਕ ਕਰਮ ਨਾਲ ਬਣਦਾ ਹੈ। ਤਨ ਕੋਈ ਕਿਰਤ ਕਰ ਰਿਹਾ, ਉਸ ਵਿੱਚ ਮਨ ਸ਼ਾਮਲ ਹੈ, ਸੰਸਕਾਰ ਬਣੇਗਾ। ਤਨ ਨਹੀਂ ਸ਼ਾਮਲ, ਮਨ ਕਰ ਰਿਹਾ, ਸੋਚ ਰਿਹਾ, ਚਿੰਤਨ ਕਰ ਰਿਹਾ, ਵਿਚਾਰ ਕਰ ਰਿਹਾ, ਸੰਸਕਾਰ ਬਣਨਗੇ। ਸੰਸਕਾਰ ਮਾਨਸਿਕ ਕਰਮ ਦੇ ਬਣਦੇ ਨੇ। ਉਸ ਮਾਨਸਿਕ ਕਰਮ ਦੇ ਵਿੱਚ ਭਾਵੇਂ ਤਨ ਸ਼ਾਮਲ ਹੋਵੇ, ਭਾਵੇਂ ਨਾ ਸ਼ਾਮਲ ਹੋਵੇ। ਜਦ ਤਨ ਨਾਲ ਸ਼ਾਮਲ ਹੁੰਦਾ ਹੈ ਤਾਂ ਕਰਮ ਕ੍ਰਿਤ ਬਣ ਜਾਂਦਾ ਹੈ। ਲੇਕਿਨ ਤਨ ਸ਼ਾਮਲ ਨਹੀਂ ਹੋਇਆ ਤਾਂ ਕਰਮ ਕਰਮ ਹੈ, ਕ੍ਰਿਤ ਨਹੀਂ ਬਣਿਆ, ਕ੍ਰਿਤ ਨਹੀਂ ਬਣਿਆ। ਸਮਾਜ ਕਾਨੂੰਨ ਮਨੁੱਖ ਦੀ ਕ੍ਰਿਤ ਨੂੰ ਵੇਖਦੀ ਹੈ, ਮਾਨਸਿਕ ਕਰਮ ਨੂੰ ਨਹੀਂ, ਦੇਖ ਵੀ ਨਹੀਂ ਸਕਦੀ। ਤੁਸੀਂ ਇੱਥੇ ਸੋਚਦੇ ਕੀ ਪਏ ਹੋ, ਮੈਨੂੰ ਕੀ ਪਤਾ।
मैं इत्थे स्टेज ते बैठा या गुरुद्वारे बैठे होया की सोच रहा सी, तुहानू की पता। मानसिक कर्म तक समाज दी कानून दी पहुँच नहीं है, कृत तक पहुँच है। जद वो मानसिक कर्म जो विचार दे रूप में आउंदा है, जद तन ते कृत दे रूप में प्रगट होंदा है, वो समाज नूं दिखाई देंदा है करदा की पिया, इहदी कृत की। ऐसा भी हो सकता है कृत बड़ी चंगी कर रहा है, उस विच मन नहीं है, मन इनकारी है। तो मन इनकारी है तो फिर चंगी कृत क्यों कर रहा है? समाज लिए कर रहा है। समाज चंगा चंगा आखेगा, लोकी चंगा चंगा आखणगे। समाज दे च रहना है तो कम से कम समाज चंगा चंगा आखे। बड़े ध्यान नाल सुनना, दुनिया भर दे आत्मदर्शी कहते ने जो बहुत समाज की दृष्टि चंगा बनने की कोशिश करता है, अक्सर देखा गया है परमात्मा की नज़रां च बुरा ही होंदा है, कुछ भी नहीं होंदा, कुछ भी नहीं होंदा, कुछ भी नहीं होंदा। इनू शेख सादी साहब इंज कहते ने, तू दुनिया की निगाहां दे च बहुत चंगा होवे ते परमात्मा की निगाह दे च माड़ा होवे। इस नालों ये बेहतर है कि तू समाज की निगाह दे च माड़ा होवे, प्रभु की निगाह दे चंगा होवे। इसनों चुन। मनुख की तो सारी कोशिश ही है समाज चंगा रहना, जो समाज दे च है। ते समाज तत छिन्न फैसला करता है, रहना समाज दे च। कर्म जद कृत बनता है, उन्होंने समाज देखता है। हत्थां द्वारा कृत प्रगट होई, जबान द्वारा बोलना कृत दे रूप में प्रगट होया, लोकी देखते। पर मन की बोलता पे अंदर समाज नहीं देखता, देख भी नहीं सकता। मन की सोच रहा है कानून देख भी नहीं सकता, समाज देख भी नहीं सकता। ऐसा भी हो सकता है तन शुभ कृत कर रहे है, उस विच मन नहीं है, संस्कार नहीं बननगे। इस शुभ कृत दे अंदर संस्कार नहीं बन, ये लिखिया ही नहीं जाएगा। भावें दान कर रहे है, पुण्य कर रहे है, बाणी पढ़ रहे है, सेवा कर रहे है, मन नहीं है विच, ये संस्कार नहीं बननगे। होर सुन लो, कुछ बुरा किया है, उस विच मन नहीं से, ਉਹਦੇ भी संस्कार नहीं बननगे। हो गया बुरा जे बाहरों भुल चुक बोल दे भी खरे अरमान। बोलिया बुरा है, परमात्मा की निगाह च खरा है, समाज की निगाह च खोटा है। बुरा जो बोले है, भैड़ा जो बोले है, पर भैड़ी जबान बोल गई है उसकी, उस विच उसका मन नहीं सी, पश्चाताप कर रहे हैं। भी खरे हर भाणे। कई दफ़ा ऐसा होंदा है मनुख समाज की निगाह च खोटा होंदा है, प्रभु की निगाह च खरा होंदा है, और कई दफ़ा समाज की निगाह दे च खरा होंदा है, गुरु की निगाह च बिल्कुल खोटा होंदा है, खोटा होंदा है। धार्मिक पुरुष कहंदे ने तू समाज की दृष्टि च खरा होवे, बेहतर है तू समाज की दृष्टि च खोटा होवे, प्रभु की निगाह च खरा होवे, बेहतर है। ये चुनाव कर। इस चुनाव वास्ते बड़ी हिम्मत चाहिए। मनुख बहुत कुछ जो करता है समाज को खुश करने वास्ते करता है। गुरु रामदास जी महाराज कहते हैं, कब को लोगन को पते आवे कब को लोगन को पते आवे, लोक पतीने ना पत होवे। जन नानक हृदय सद ध्याओ, ता जय जय करे सब को।
ਕੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਚੱਲੇ ਆ। ਕਦੀ ਬਗੌਰ ਮੁਤਾਲਾ ਕਰੋਗੇ ਔਰ ਇਹ ਆંકੜੇ ਸਹੀ ਨੇ, 99% ਮਨੁੱਖ ਜੋ ਕੁਝ ਕਰਦੇ ਨੇ ਸਮਾਜ ਨੂੰ ਖੁਸ਼ ਕਰਨ ਵਾਸਤੇ, ਸਮਾਜ ਦੀ ਨਿਗਾਹ 'ਚ ਖਰਾ ਬਣਨ ਵਾਸਤੇ। ਔਰ ਜਿਤਨਾ ਸਮਾਜ ਦੀ ਨਿਗਾਹ 'ਚ ਖਰਾ ਹੋਣ ਦੀ ਕੋਸ਼ਿਸ਼ ਕਰਦੇ ਨੇ ਉਤਨਾ ਹੀ ਗੁਰੂ ਦੀ ਨਿਗਾਹ 'ਚ ਖੋਟੇ ਹੁੰਦੇ ਨੇ। ਇਹ ਕੋਈ ਪ੍ਰਮਾਣ ਨਹੀਂ ਹੈ ਕਿ ਜੋ ਸਮਾਜ ਦੀ ਨਿਗਾਹ 'ਚ ਚੰਗਾ ਹੈ ਉਹ ਪ੍ਰਮਾਤਮਾ ਦੀ ਨਿਗਾਹ 'ਚ ਵੀ ਚੰਗਾ ਹੋਵੇਗਾ। ਇਹ ਕੋਈ ਸਬੂਤ ਨਹੀਂ ਹੈ, ਇਹ ਕੋਈ ਪ੍ਰਮਾਣ ਨਹੀਂ ਹੈ। ਇਤਨੀ ਮੈਂ ਅਰਜ਼ ਕਰਦੇ ਹਾਂ। ਔਰ ਇਹ ਵੀ ਕੋਈ ਪ੍ਰਮਾਣ ਨਹੀਂ ਜੋ ਸਮਾਜ ਦੀ ਨਿਗਾਹ ਦੇ 'ਚ ਖੋਟਾ ਹੈ ਉਹ ਪ੍ਰਮਾਤਮਾ ਦੀ ਨਿਗਾਹ 'ਚ ਵੀ ਖੋਟਾ ਹੋਵੇਗਾ। ਇਹ ਕੋਈ ਪ੍ਰਮਾਣ ਨਹੀਂ। ਇਹ ਤੇ ਪ੍ਰਮਾਤਮਾ ਦਾ ਫੈਸਲਾ ਹੈ। ਜੋ ਕਰਮ ਮਨ ਨਾਲ ਕੀਤਾ ਜਾਂਦਾ ਹੈ ਉਸੇ ਦੇ ਸੰਸਕਾਰ ਬਣਦੇ ਨੇ, ਦੂਜੇ ਦੇ ਨਹੀਂ ਬਣਦੇ ਹੀ ਨਹੀਂ। ਕਰੀਬਨ ਜਦ ਵੀ ਕੋਈ ਮਨੁੱਖ ਬੁਰਾ ਕਰਦਾ ਹੈ ਉਸ ਵਿੱਚ ਮਨ ਪੂਰਾ ਹੁੰਦਾ ਹੈ। ਕਿਉਂ? ਸਾਵਧਾਨੀ ਚਾਹੀਦੀ ਹੈ, ਮਨ ਪੂਰਾ ਚਾਹੀਦਾ ਹੈ। ਸਮਾਜ ਦੇਖੇ ਨਾ, ਕਾਨੂੰਨ ਦੇਖੇ ਨਾ, ਪਕੜਾ ਜਾਵਾਂਗਾ। ਹਰ ਬੁਰੇ ਕਰਮ ਵਿੱਚ ਮਨੁੱਖ ਦੀ ਸਾਵਧਾਨੀ ਪੂਰੀ ਹੁੰਦੀ ਹੈ। ਚੋਰ ਪੂਰਾ ਸਾਵਧਾਨ ਹੁੰਦਾ ਹੈ ਚੋਰੀ ਕਰਨ ਲੱਗਿਆ। ਕਾਤਲ ਪੂਰਾ ਸਾਵਧਾਨ ਹੁੰਦਾ ਹੈ ਕਤਲ ਕਰਨ ਲੱਗਿਆ। ਪਕੜਿਆ ਗਿਆ ਤੇ ਫਾਂਸੀ, ਉਮਰ ਭਰ ਦੀ ਜੇਲ੍ਹ। ਪੂਰਾ ਸਾਵਧਾਨ ਹੁੰਦਾ ਹੈ, ਬੜਾ ਸਾਵਧਾਨ ਹੁੰਦਾ ਹੈ। ਬੇਈਮਾਨੀ ਕਰਨ ਵਿੱਚ, ਠੱਗੀ ਕਰਨ ਵਿੱਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਹੈ। ਵਾਹਿਗੁਰੂ ਵਾਹਿਗੁਰੂ ਜਪਦਾ ਪਿਆ, ਕੋਈ ਸਾਵਧਾਨੀ ਨਹੀਂ। ਕੀਰਤਨ ਸੁਣਦਾ ਪਿਆ, ਸਾਵਧਾਨੀ ਕੋਈ ਨਹੀਂ। ਤੋ ਚੋਰੀ ਦੇ ਸੰਸਕਾਰ ਬਣ ਜਾਂਦੇ ਨੇ, ਕੀਰਤਨ ਦੇ ਨਹੀਂ ਬਣਦੇ। ਬੇਈਮਾਨੀ ਦੇ ਸੰਸਕਾਰ ਬਣ ਜਾਂਦੇ ਨੇ, ਵਾਹਿਗੁਰੂ ਵਾਹਿਗੁਰੂ ਆਖਣ ਦੇ ਸੰਸਕਾਰ ਨਹੀਂ ਬਣਦੇ। ਕਿਉਂ? ਉਸ ਵਿੱਚ ਮਨ ਨਹੀਂ ਸੀ, ਸਾਵਧਾਨੀ ਨਹੀਂ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਮਨ ਕਰ ਕਭੂ ਨਾ ਹਰ ਗੁਣ ਗਾਇਓ। ਗਾਉਂਦਾ ਪਿਆ, ਪਾਠ ਕਰਦਾ ਪਿਆ, ਮਨ ਤੇ ਉਸ ਵਿੱਚ ਹੈ ਨਹੀਂ, ਸੰਸਕਾਰ ਨਹੀਂ ਬਣਨਗੇ। ਮਨ ਕਰ ਕਭੂ ਨਾ ਹਰ ਗੁਣ ਗਾਇਓ, ਵਿਖਿਆ ਸਖਤ ਰਹਿਓ ਨਿਸਬਾਸਰ, ਕੀਨੋ ਆਪਣੋ ਪਾਇਓ। ਮਨ ਉਸੇ ਹੀ ਕਰਮ ਦੇ ਚਾਹੁੰਦਾ ਜਿਸ ਤੋਂ ਪ੍ਰਭਾਵਿਤ ਹੈ। ਮਨ ਉਸੇ ਹੀ ਕਰਮ ਵਿੱਚ ਆਉਂਦਾ ਜਿਸ ਤੋਂ ਲਾਭ ਹੈ। ਅਗਰ ਬੁਰੇ ਕਰਮ ਦੇ ਚ ਲਾਭ ਹੈ ਤਾਂ ਮਨੁੱਖ ਬੁਰਾ ਕਰੇਗਾ। ਅਗਰ ਪਤਾ ਚੱਲ ਜਾਏ ਸ਼ੁਭ ਕਰਮ ਦੇ ਚ ਲਾਭ ਹੈ ਤਾਂ ਕਰੇਗਾ। ਮਨੋਰਥ ਲਾਭ ਹੈ, ਔਰ ਲਾਭ ਵੀ ਸਿਰਫ ਦੁਨਿਆਵੀ, ਕੋਈ ਅਧਿਆਤਮਕ ਨਹੀਂ, ਕੋਈ ਪ੍ਰਮਾਤਮ ਨਹੀਂ। ਦੁਨਿਆਵੀ ਲਾਭ ਹੈ ਤੇ ਸ਼ੁਭ ਕਰਦੇ ਆ, ਨਹੀਂ ਤੇ ਨਹੀਂ ਕਰਦੇ। ਅਗਰ ਅਸ਼ੁਭ ਕਰਕੇ ਵੀ ਦੁਨਿਆਵੀ ਲਾਭ ਹੋ ਸਕਦਾ ਹੈ ਤਾਂ ਕਰਦੇ ਆ, ਕਰਨਾ ਹੈ। ਮੂਲ ਤੇ ਲਾਭ ਦੀ ਗੱਲ ਹੈ। ਆਪ ਸੁਣ ਕੇ ਹੈਰਾਨ ਹੋਗੇ। ਸੁਭਾਵਕ ਸਾਹਮਣੇ ਮੇਰੇ ਵਾਕ ਆ ਗਿਆ। ਭਾਰਤ ਦੇ ਪ੍ਰਾਚੀਨ ਰਿਸ਼ੀ ਮੁਨੀਆਂ ਦੀ ਵੰਡ ਦੇ ਮੁਤਾਬਕ 4 ਵਰਨ ਬਣਦੇ ਨੇ। ਉਹ ਜਿਹੜੀ ਵੰਡ ਕੀਤੀ ਸੀ ਉਹਨਾਂ ਨੇ ਜ਼ਾਤ ਪਾਤ ਕਰਕੇ ਨਹੀਂ ਕੀਤੀ ਸੀ। ਜਿਹੜਾ ਆਪਣੇ ਸਿਰ ਦੀ ਵਰਤੋਂ ਬਹੁਤ ਜ਼ਿਆਦਾ ਕਰੇ, ਬੜਾ ਸੋਚੇ, ਜ਼ਬਾਨ ਦੇ ਅੱਗੇ ਉਹਦੀ ਸੋਚਣੀ ਹੋਵੇ, ਜ਼ਬਾਨ ਪਿੱਛੇ ਹੋਵੇ, ਪੈਰਾਂ ਦੇ ਅੱਗੇ ਵੀ ਉਸਦੀ ਅਕਲ ਹੋਵੇ, ਪੈਰ ਅੱਗੇ ਨਾ ਹੋਣ। ਮੂਰਖ ਮਨੁੱਖ ਪੈਰ ਅੱਗੇ ਨੇ, ਅਕਲ ਪਿੱਛੇ ਹੈ। ਕਦਮ ਪਹਿਲੇ ਪੁੱਟ ਲੈਂਦਾ, ਸੋਚਦਾ ਬਾਅਦ ਵਿੱਚ ਹੈ। ਸਿਆਣਾ ਅਕਲ ਅੱਗੇ, ਕਦਮ ਪਿੱਛੇ, ਸੋਚਦਾ ਪਹਿਲੇ, ਕਦਮ ਬਾਅਦ ਵਿੱਚ ਰੱਖਦਾ। ਸਿਆਣਾ ਮਨੁੱਖ ਸੋਚਦਾ ਪਹਿਲੇ, ਬੋਲਦਾ ਬਾਅਦ ਵਿੱਚ ਹੈ। ਸਿਆਣਾ ਮਨੁੱਖ ਕਰਦਾ ਬਾਅਦ ਵਿੱਚ ਹੈ, ਸੋਚਦਾ ਪਹਿਲੇ। ਮੂੜ ਕਰਦਾ ਪਹਿਲੇ, ਸੋਚਦਾ ਬਾਅਦ ਵਿੱਚ ਹੈ। ਇਹ ਪਹਿਚਾਣ।
ਜਿਹੜਾ ਹਰ ਕਰਮ ਵਿੱਚ ਅਕਲ ਨੂੰ ਅੱਗੇ ਰੱਖਦਾ ਹੈ, ਸਿਰ ਨੂੰ ਅੱਗੇ ਰੱਖਦਾ ਹੈ, ਔਰ ਜਿਸ ਦਾ ਸਿਰ ਬਹੁਤ ਮਜ਼ਬੂਤ ਹੈ ਉਹਨੂੰ ਬ੍ਰਾਹਮਣ ਆਖਿਆ ਗਿਆ। ਇਹ ਬ੍ਰਾਹਮਣ ਹੈ। ਬ੍ਰਾਹਮਣ ਕੋਈ ਜ਼ਾਤ ਨਹੀਂ ਸੀ। ਇਹ ਗੱਲ ਵੱਖਰੀ ਹੈ ਕਿ ਉਸ ਵਰਗ ਦੇ ਬੰਦਿਆਂ ਨੂੰ ਬ੍ਰਾਹਮਣ ਆਖਿਆ ਗਿਆ, ਬਹੁਤਾਤ ਦੇ ਵਿੱਚ ਜ਼ਾਤ ਮੰਨ ਲਈ ਗਈ, ਵਰਨਾ ਇਹ ਜ਼ਾਤ ਨਹੀਂ ਹੈ। ਗੁਰਬਾਣੀ ਜ਼ਾਤ ਨਹੀਂ ਮੰਨਦੀ। ਗੁਰਬਾਣੀ ਕੀ ਕਹਿੰਦੀ ਹੈ? ਬ੍ਰਹਮ ਬਿੰਦੇ ਸੇ ਬ੍ਰਾਹਮਣਾ, ਜੋ ਬ੍ਰਹਮ ਦਾ ਚਿੰਤਨ ਕਰਦਾ ਹੈ ਬ੍ਰਾਹਮਣ। ਹੋਰ ਕਿਸ ਨੂੰ ਆਖ? ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਈਅਤ ਹੈ ਹਮਾਰੇ। ਜੋ ਬ੍ਰਹਮ ਦੀ ਵਿਚਾਰ ਕਰਦਾ ਹੈ ਬ੍ਰਾਹਮਣ। ਵੇਦ ਸ਼ਬਦੰ ਬ੍ਰਾਹਮਣ ਹੈ, ਵਿਦਿਆ ਦੀ ਵਿਚਾਰ ਕਰਦਾ ਹੈ, ਸੋਚਦਾ ਹੈ ਬ੍ਰਾਹਮਣ। ਸਿਰ ਨੂੰ ਅੱਗੇ ਕਰਦਾ ਹੈ ਬ੍ਰਾਹਮਣ। ਹੱਥ ਅੱਗੇ ਨੇ, ਹੱਥਾਂ 'ਚ ਤਾਕਤ ਹੋਣੀ ਚਾਹੀਦੀ। ਸਿਰ ਦੇ 'ਚ ਨਹੀਂ ਹੈ ਤੇ ਨਾ ਸਹੀ। ਹੱਥ ਮਜ਼ਬੂਤ ਹੋਣੇ ਚਾਹੀਦੇ। ਮੇਰੇ 2 ਹੱਥ ਇਤਨੇ ਮਜ਼ਬੂਤ ਹੋਵਨ 1000 ਹੱਥਾਂ ਨੂੰ ਜਕੜ ਕੇ ਰੱਖ ਦੇਣ। ਪਤਾ ਹੈ ਭਾਰਤ ਦੇ 'ਚ ਇੱਕ ਐਸਾ ਪੁਰਸ਼ ਹੋਇਆ ਜਿਹਦਾ ਨਾਂ ਸੀ ਸਹਿਨਸਰ ਬਾਹੂ। ਸਹਿਨਸਰ ਬਾਹੂ, ਸਹੰਸ ਕਹਿੰਦੇ ਨੇ 1000 ਨੂੰ, 1000 ਬਾਵਾਂ ਵਾਲਾ। ਮਿਥਿਹਾਸ ਦੇ ਵਿੱਚੋਂ ਸੱਚਾਈ ਕੱਢਣੀ ਪਏਗੀ। 1000 ਬਾਵਾਂ ਇੱਕੋ ਹੀ ਮਨੁੱਖ ਦੀਆਂ ਹੋਣ ਤਾਂ ਮੇਰੇ ਖਿਆਲ ਸਾਰਾ ਹਾਲ ਕਮਰੇ 'ਚੋਂ ਇਕੱਲਾ ਹੀ ਬੈਠ ਸਕੇਗਾ। 1000 ਬਾਵਾਂ, ਬਹੁਤ ਵੱਡਾ ਸਰੀਰ ਚਾਹੀਦਾ ਹੈ। 1000 ਬਾਵਾਂ। ਪਰ ਮਹਿਰਜ ਕਰਾਂ ਸੱਚਾਈ ਹੈ, ਹੁੰਦੇ ਨੇ ਸਹਿਨਸਰ ਬਾਹੂ, ਹਨ ਤੇ ਉਸਦੇ ਕੋਲ 2 ਹੱਥ, ਔਰ ਉਹਦੇ ਕੋਲ 1000 ਹੱਥ ਜੁੜੇ ਹੁੰਦੇ ਨੇ, ਜੋੜ ਕੇ ਖੜੇ ਹੁੰਦੇ ਨੇ। ਉਹਦੇ 2 ਹੱਥ 1000 ਹੱਥਾਂ ਨੂੰ ਬੰਨ ਕੇ ਰੱਖ ਦਿੰਦੇ। ਉਹਦੇ 2 ਹੱਥ 1000 ਦੇ ਸਿਰਾਂ ਨੂੰ ਝੁਕਾ ਕੇ ਰੱਖ ਦਿੰਦੇ। ਸਹਿਨਸਰ ਬਾਹੂ। ਹਰ ਮਨੁੱਖ ਦੀ ਕੋਸ਼ਿਸ਼ ਹੈ ਮੇਰੀਆਂ 2 ਬਾਵਾਂ ਦੇ 'ਚ 1000 ਬਾਵਾਂ ਦਾ ਬਲ ਹੋਵੇ। ਸਹਿਨਸਰ ਬਾਹੂ ਕੌਣ ਨਹੀਂ ਬਣਨਾ ਚਾਹੁੰਦਾ? ਸਭ ਕੁਝ ਮੇਰੇ ਹੱਥਾਂ 'ਚ ਹੋਵੇ, ਸਭ ਕੁਝ ਮੇਰੀ ਮੁੱਠੀ ਦੇ 'ਚ ਹੋਵੇ। ਮੁਗਲ ਸ਼ਹਿਨਸ਼ਾਹ ਤੇ ਆਪਣਾ ਤਖੱਲੁਸ ਹੀ ਇਸੇ ਤਰ੍ਹਾਂ ਰੱਖਦੇ ਰਹੇ। ਜਹਾਂਗੀਰ, ਸਾਰਾ ਜਹਾਨ ਮੇਰੀ ਪਕੜ ਦੇ 'ਚ, ਮੇਰੀ ਮੁੱਠੀ ਦੇ 'ਚ। ਅਕਬਰ, ਜਲਾਲੁਦੀਨ ਤੇ ਨਾਮ ਸੀ ਅਕਬਰ। ਪਤਾ ਅਕਬਰ ਕਿਸ ਨੂੰ ਕਹਿੰਦੇ ਨੇ? ਅਕਬਰ ਦੇ ਅੱਖਰ ਸਭ ਤੋਂ ਵੱਡਾ। ਇਸੇ ਵਾਸਤੇ ਮੁਸਲਮਾਨ ਕਹਿੰਦੇ ਨੇ ਅੱਲਾਹੂ ਅਕਬਰ, ਅੱਲਾ ਹੀ ਅਕਬਰ ਹੈ। ਹੋਵੇਗਾ ਅੱਲਾ ਅਕਬਰ। ਜਲਾਲੁਦੀਨ ਨੇ ਕਿਹਾ ਮੈਂ ਅਕਬਰ, ਗੱਲ ਖਤਮ। ਜਲਾਲੁਦੀਨ ਅਕਬਰ। ਕੌਣ ਨਹੀਂ ਅਕਬਰ ਬਣਨਾ ਚਾਹੁੰਦਾ? ਕੌਣ ਸਾਰਿਆਂ ਤੋਂ ਵੱਡਾ ਨਹੀਂ ਬਣਨਾ ਚਾਹੁੰਦਾ? ਔਰ ਇਹ ਹੰਕਾਰ ਸ਼ਿਖਰ ਤੇ ਹੋਵੇ ਤੇ ਮਨੁੱਖ ਚਾਹੁੰਦਾ ਹੈ ਖੁਦਾ ਨੂੰ ਵੀ ਛੋਟਾ ਦਿਖਾਣਾ ਹੈ। ਹੰਕਾਰ ਵੀ ਐਸਾ ਕਰਦਾ ਹੈ। ਹਰਨਾਕਸ਼ ਨੇ ਕੀਤਾ ਸੀ। ਰੱਬ ਕੀ ਹੁੰਦਾ? ਮੈਂ ਖੁਦ ਰੱਬ ਹਾਂ। ਐਸਾ ਕੀਤਾ ਸੀ ਨਮਰੂਦ ਨੇ। ਖੁਦਾ ਕੀ ਹੁੰਦਾ? ਮੈਂ ਖੁਦ ਖੁਦਾ ਹਾਂ। ਕੀਤਾ ਸੀ ਉਸਨੇ। ਹੱਥ ਇਤਨੇ ਮਜ਼ਬੂਤ ਹੋਵਨ, ਸਾਰੇ ਹੱਥ ਮੇਰੇ ਅੱਗੋਂ ਜੁੜੇ ਹੋਵਨ। ਹੱਥਾਂ ਵਿੱਚ ਇਤਨੀ ਤਾਕਤ ਹੋਵੇ 1000 ਸਿਰ ਮੇਰੇ ਅੱਗੋਂ ਝੁਕ ਜਾਵਨ। ਸਹਿਨਸਰ ਬਾਹੂ। ਇੱਕ ਉਰਦੂ ਦਾ ਸ਼ਾਇਰ ਕਹਿੰਦਾ ਹੈ, किसी के एक आंसू पर 1000 दिल तड़पते हैं, किसी का उम्र भर रोना यूं ही बेकार जाता है। एक हंजू निकले 1000 दिल रो उठे ने। सारी जिंदगी कोई रोंदा रहा, किसी ने पूछया भी नहीं क्यों रोंदा, क्यों रोंदा। ਸਹਿਨਸਰ ਬਾਹੂ। 2 ਹੱਥਾਂ ਵਿੱਚ ਬਹੁਤ ਵੱਡੀ ਤਾਕਤ। ਇਸ ਤਰ੍ਹਾਂ ਦੀ ਸ਼ਕਤੀ ਦਾ ਜੋ ਮੁਤਲਾਸ਼ੀ ਹੋਵੇ ਤੇ ਹੱਥਾਂ ਨੂੰ ਹੀ ਮਜ਼ਬੂਤ ਕਰਨਾ ਚਾਹੇ,
ਉਹਨੂੰ ਕਹਿੰਦੇ ਸਨ ਖੱਤਰੀ, ਛਤਰੀ। ਛਤਰੀ ਦੇ ਅਖਰੀ ਅਰਥ ਵਿੱਚ ਸ਼ਸਤਰ ਜਿਸ ਦੇ ਹੱਥ 'ਚ ਹੈ, ਸ਼ਕਤੀ ਜਿਸ ਦੇ ਹੱਥ 'ਚ ਹੈ, ਛਤਰੀ। ਇਹਦਾ ਅਪਰਭ੍ਰੰਸ਼ ਹਿੰਦੀ ਪੰਜਾਬ ਵਿੱਚ ਖੱਤਰੀ ਅਸੀਂ ਕਹਿ ਦਿੰਦੇ ਹਾਂ, ਵਰਨਾ ਲਫ਼ਜ਼ ਸੰਸਕ੍ਰਿਤ ਦਾ ਛਤਰੀ। ਸ਼ਸਤਰ ਜਿਹਦੇ ਕੋਲ ਹੈ, ਸ਼ਕਤੀ ਜਿਹਦੇ ਕੋਲ ਹੈ, ਛਤਰੀ। ਹੱਥ ਬੜੇ ਮਜ਼ਬੂਤ ਨੇ, ਹੱਥਾਂ 'ਚ ਬੜੀ ਤਾਕਤ ਹੈ। ਇਹ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਮਜਬੂਰ ਕਰ ਸਕਦੇ ਨੇ ਹੱਥ ਜੋੜਨ ਤੇ। ਇਹ ਦੋ ਹੱਥ ਇਤਨੇ ਮਜ਼ਬੂਤ ਨੇ, ਹਜ਼ਾਰਾਂ ਸਿਰਾਂ ਨੂੰ ਝੁਕਾ ਸਕਦੇ ਨੇ। ਛਤਰੀ। ਫਿਰ ਜਿਹੜਾ ਬਾਰੀਕ ਕੰਮ ਨਾ ਕਰ ਸਕੇ, ਅਕਲ ਨੂੰ ਅੱਗੇ ਕਰਨਾ ਉਹਦਾ ਸੁਭਾਅ ਨਹੀਂ। ਹੱਥਾਂ ਨੂੰ ਮਜ਼ਬੂਤ ਕਰਨਾ ਵੀ ਉਹਦਾ ਸੁਭਾਅ ਨਹੀਂ। ਹਰ ਵਕਤ ਭਾਰੀ ਵਜ਼ਨੀ ਕੰਮ ਦੇ 'ਚ ਆਪਣੇ ਆਪ ਨੂੰ ਲਾਈ ਰੱਖਣਾ। ਜੈਸੇ ਸਾਰੇ ਸਰੀਰ ਦਾ ਵਜ਼ਨ ਸਿਰ ਦਾ, ਹੱਥਾਂ ਦਾ, ਪੇਟ ਦਾ ਕੌਣ ਚੁੱਕਦੇ ਨੇ? ਪੈਰ। ਜ਼ਾਤ ਨਹੀਂ ਹੈ ਸ਼ੂਦਰ, ਕੋਈ ਯਾਤ ਨਹੀਂ ਹੈ, ਪੈਰ ਸ਼ੂਦਰ ਨੇ। ਪਰ ਸ਼ੂਦਰ ਦੀ ਮਹਾਨਤਾ ਹੈ, ਸਿਰ ਨਹੀਂ ਪੂਜਿਆ ਜਾਂਦਾ, ਹੱਥ ਨਹੀਂ ਪੂਜੇ ਜਾਂਦੇ, ਚਰਨ ਨਹੀਂ ਪੂਜੇ ਜਾਂਦੇ। ਇਹ ਵੀ ਮਹਿਜ਼ ਕਰਦੇ ਆ, ਭਾਰ ਚੁੱਕਦੇ। ਪੇਟ ਦਾ ਵੀ ਭਾਰ ਚੁੱਕਿਆ, ਹੱਥਾਂ ਦਾ ਵੀ ਭਾਰ ਚੁੱਕਿਆ, ਸਿਰ ਦਾ ਵੀ ਭਾਰ ਚੁੱਕਿਆ। ਵਜ਼ਨੀ ਕੰਮ, ਭਾਰੀ ਕੰਮ ਇਹ ਨਾ ਕਰਨ, ਸਾਰਾ ਸੰਸਾਰ ਰੁਕ ਜਾਏਗਾ। ਕੋਈ ਮਕਾਨ ਨਾ ਬਣਾਵੇ, ਕੋਈ ਮੋਏ ਢੋਰਾਂ ਦੀ ਖੱਲ ਨਾ ਲਾਵੇ, ਜੁੱਤੀਆਂ ਨਾ ਬਣਾਵੇ, ਕਪੜਾ ਨਾ ਬਣਾਵੇ, ਇੱਟਾਂ ਨਾ ਬਣਾਵੇ। ਇਹ ਸਭ ਵਜ਼ਨੀ ਕੰਮ ਸਨ, ਭਾਰੀ ਕੰਮ ਸਨ। तो सिर्फ सिर वाला किथे रवेगा? सिर्फ हत्थां वाले दियां लोड़ां कित्थों पूरीआं होणगीआं? इस वास्ते जिन्हां जिन्हां मुल्कां शूदर दा किरती बंदे दा सत्कार होया, सन्मान होया, उत्थे उत्थे किरत करके धन वध गया। भारत दा मुफलिस होना कारण दो सन। एक ते 1000 साल दी गुलामी, दूसरा किरती बंदा शूदर है, जुलाहा शूदर है, चमार शूदर है, राजमिस्त्री शूदर है, लोहार शूदर है, दरकान शूदर, सब शूदर जो किरत करते हैं। ते धन ते किरत नाल आएगा, किरती शूदर। पछड़ गया देश, नहीं ते देश सारी दुनिया दे देशां नालों अगे से। मंगोल भी भारत गए अपनी उदर पूर्ति लई, ईरान गया, अफगानिस्तान गया, अरब गया, फ्रेंच गए, डच गए, पुर्तगेज गए, अंग्रेज गए। सारियां दी निगाह विच भारत सी, वो केंद्र सी जैसे अज सारियां दी निगाह च अमेरिका बने हुए है। अमेरिका तो भी वध सी भारत। मंगोल उत्थे ही आए, डच उत्थे ही आए, पुर्तगेज उत्थे ही आए, अफगानी उत्थे आए, उज़्बेकिस्तानी और टर्कश तुर्की दे लोग